ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਗੱਜ ਕੇ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਰਬੱਤ ਸੰਗਤ ਨੂੰ ਪਤਾ ਹੀ ਹੈ ਕਿ ਜਿਵੇਂ ਹਰ ਹਫ਼ਤੇ ਗੁਰੂ ਪਿਤਾ ਦੀ ਬਖਸ਼ਿਸ਼ ਦਾ ਸਦਕਾ, ਗੁਰਮੁਖਾਂ ਦੀ ਸੰਗਤ ਦਾ ਸਦਕਾ, ਜਿਵੇਂ ਕਿ ਆਪਾਂ ਹਰ ਹਫ਼ਤੇ ਇੱਕ ਸ਼ਬਦ ਦਾ ਅਭਿਆਸ ਗੁਰੂ ਪਿਤਾ ਬਖਸ਼ਿਸ਼ ਕਰਕੇ, ਰਹਿਮਤ ਕਰਕੇ, ਤਰਸ ਕਰਕੇ ਕਰਾਉਂਦੇ ਹਨ। ਸੋ ਇਸ ਹਫ਼ਤੇ ਦਾ ਅਭਿਆਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਸ਼ਬਦ ਬਹੁਤ ਗਹਿਰੇ ਹਨ। ਸੁਰਤ ਉੱਥੋਂ ਤੱਕ ਜਾ ਨਹੀਂ ਰਹੀ ਜਿੰਨੀ ਤੱਕ ਗੁਰੂ ਪਿਤਾ ਸਮਝਾਉਣਾ ਚਾਹ ਰਹੇ ਨੇ, ਪਰ ਫਿਰ ਵੀ ਜਿੰਨਾ ਕੁ ਵੀ ਸਮਝ ਵਿੱਚ ਆਉਂਦਾ ਹੈ, ਆਪ ਜੀਆਂ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਬੇਅੰਤ ਭੁੱਲਾਂ ਹੋ ਜਾਣਗੀਆਂ। ਸਤਿਗੁਰੂ, ਹੇ ਸਤਿਗੁਰੂ ਜੀ, ਆਪ ਬਖਸ਼ ਲੈਣਾ। ਸਤਿਗੁਰੂ ਰਹਿਮਤ ਕਰਨੀ। ਸਤਿਗੁਰੂ ਵਾਹਿਗੁਰੂ ਜੀ, ਵਾਹਿਗੁਰੂ ਜੀ ਆਪ ਕਿਰਪਾ ਕਰਨੀ। ਜਿਵੇਂ ਕਿ ਸਤਿਗੁਰੂ ਸਾਹਿਬ ਜੀ ਨੇ ਪਿਛਲੇ ਹਫ਼ਤੇ ਦਾ ਅਭਿਆਸ ਬਖਸ਼ਿਸ਼ ਕੀਤਾ ਸੀ। ਸ਼ਲੋਕ ਮਹੱਲਾ ਪਹਿਲਾ, ਘੜੀਆਂ ਸਭੇ ਗੋਪੀਆਂ ਪਹਿਰ ਕਰਨ ਗੋਪਾਲ। ਜਿਵੇਂ ਕਿ ਗੁਰੂ ਪਿਤਾ ਨੇ ਦਰਸਾਇਆ ਸੀ ਕਿ ਇਹ ਜਿਹੜੀਆਂ ਸਮਾਂ ਹੈ, ਕਿੱਦਾਂ ਇਹ ਗੋਪੀਆਂ ਹਨ। ਸੋ ਇਹ ਗੋਪਾਲ ਪਹਿਰ ਕਿਸ ਤਰ੍ਹਾਂ ਹਨ, ਸੋ ਗਹਿਣੇ ਕਿਵੇਂ ਹਨ, ਇਹ ਪੌਣ ਪਾਣੀ ਬਸੰਤਰ, ਇਹ ਕਿਵੇਂ ਜੀਵਨ ਦੇ ਗਹਿਣੇ ਹਨ, ਕਿਵੇਂ ਜੀਵਨ ਇਹਨਾਂ ਗਹਿਣਿਆਂ ਤੋਂ ਬਿਨਾਂ ਨਹੀਂ ਜੀ ਸਕਦਾ। ਅਸਲੀ ਗਹਿਣੇ ਤਾਂ ਇਹੋ ਹੀ ਹਨ। ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ, ਧਨ ਵਰਤਨ ਸਰਬ ਜੰਜਾਲ। ਪਰ ਗੁਰੂ ਪਿਤਾ ਅਖੀਰ ਤੇ ਜਾ ਕੇ ਕਹਿੰਦੇ ਸਨ, ਨਾਨਕ ਮੁੱਸੇ ਗਿਆਨ ਵਿਹੂਣੇ, ਖਾਏ ਗਿਆ ਜਮਕਾਲ। ਜਿਨ੍ਹਾਂ ਜੀਆਂ ਨੇ ਗੁਰੂ ਪਿਤਾ ਇਹੋ ਸੋਝੀ ਬਖਸ਼ਦੇ ਸੀ ਕਿ ਇਸ ਗਿਆਨ ਨੂੰ ਨਾ ਪ੍ਰਾਪਤ ਕੀਤਾ, ਜਿਨ੍ਹਾਂ ਦੀ ਸਮਝ 'ਚ ਨਾ ਆਈ ਵੀ ਇਹ ਕਿਸ ਤਰ੍ਹਾਂ ਪੌਣ ਪਾਣੀ ਬਸੰਤਰ, ਕਿਸ ਤਰ੍ਹਾਂ ਗਹਿਣੇ ਨੇ ਜੀਵਨ ਦੇ, ਚੰਦ ਸੂਰਜ ਕਿੱਦਾਂ ਅਵਤਾਰ ਨੇ, ਇਹ ਗੋਪੀਆਂ ਕਾਨ ਸਮਾਂ ਕਿਸ ਤਰ੍ਹਾਂ ਹੈ। ਸੋ ਗੁਰੂ ਪਿਤਾ ਕਹਿੰਦੇ ਨੇ ਕਿ ਜਿਨ੍ਹਾਂ ਨੇ ਇਹ ਚੀਜ਼ ਨੂੰ ਨਹੀਂ ਜਾਣਿਆ ਤੇ ਉਹ ਗਿਆਨ ਤੋਂ ਵਿਹੂਣੇ ਰਹੇ, ਉਹਨਾਂ ਨੂੰ ਜੰਮਕਾਲ ਖਾ ਗਿਆ। ਗੁਰੂ ਪਿਤਾ ਜੀਓ, ਫਿਰ ਇਹ ਜਿਹੜੇ ਗਿਆਨ ਤੋਂ ਵਿਹੂਣੇ ਆ, ਉਹ ਵਿਹੂਣੇ ਕਿਉਂ ਰਹਿ ਗਏ? ਗੁਰੂ ਪਿਤਾ ਜੀਓ, ਕਿਉਂ ਨਹੀਂ ਸਤਿਗੁਰੂ ਜੀ ਆਪ ਜੀ ਦੇ ਸੋਝੀ ਪ੍ਰਾਪਤ ਹੋਈ? ਸਤਿਗੁਰੂ ਉਹਨਾਂ ਜੀਆਂ ਨੇ ਕਿਉਂ ਨਹੀਂ ਆਪ ਜੀਆਂ ਦੇ ਗੁਣਗਾਨ ਕੀਤੇ? ਸਤਿਗੁਰੂ ਉਹਨਾਂ ਜੀਆਂ ਦੇ ਜਿਹੜੇ ਗਿਆਨ ਤੋਂ ਵਿਹੂਣੇ ਹਨ। ਸਤਿਗੁਰੂ, ਸੋ ਸਤਿਗੁਰੂ ਫਿਰ ਕਹਿੰਦੇ ਸਨ ਕਿ ਅਗਲੇ ਸ਼ਬਦ ਵਿੱਚ ਜਦੋਂ ਵੇਖੀਦਾ ਹੈ ਤਾਂ ਐਂ ਲੱਗਦਾ ਹੈ ਉਹ ਸਮਝਾਉਂਦੇ ਹਨ ਵੀ ਗਿਆਨ ਤੋਂ ਵਿਹੂਣੇ ਕਿੱਦਾਂ ਰਹਿ ਜਾਂਦੇ ਹਾਂ। ਗੁਰੂ ਪਿਤਾ ਸਮਝਾਉਂਦੇ ਸੀ ਵੀ ਆਪਣੇ ਅੰਦਰ ਵੱਲ ਵੇਖ, ਤੇ ਅਗਲੇ ਸ਼ਬਦ ਨੂੰ ਜਦੋਂ ਵੇਖੀਦਾ ਸੀ ਤੇ ਮਹੱਲਾ ਪਹਿਲਾ, ਵਾਇਨ ਚੇਲੇ ਨੱਚਣ ਗੁਰ, ਪੈਰ ਹਿਲਾਇਨ ਫੇਰਨ ਸਿਰ। ਸੋ ਗੁਰੂ ਪਿਤਾ ਅਖਰੀ ਅਰਥ ਤੇ ਇੱਥੇ ਕਰਦੇ ਹਨ ਕਿ ਜਿਹੜੇ ਚੇਲੇ ਨੇ ਉਹ ਸਾਜ਼ ਵਜਾਉਂਦੇ ਨੇ ਤੇ ਗੁਰੂ ਨੱਚਦੇ ਨੇ, ਤੇ ਜਦੋਂ ਪੈਰ ਹਿਲਾਉਂਦੇ ਨੇ, ਸਿਰ ਫੇਰਦੇ ਨੇ ਉਹ ਤਾਲਾਂ ਦੇ ਨਾਲ। ਸੋ ਗੁਰੂ ਪਿਤਾ ਇਹੋ ਸਮਝਾਉਂਦੇ ਸੀ ਕਿ ਇੱਕ ਇੱਦਾਂ ਵੀ ਸਮਝ ਬਖਸ਼ਦੇ ਨੇ ਕਿ ਆਪਣੇ ਅੰਦਰ ਵੱਲ ਵੇਖ, ਇਹ ਕੋਈ ਬਾਹਰ ਦੀ ਖੇਡ ਨਹੀਂ ਹੈ ਜਿਹੜੀ ਤੈਨੂੰ ਦੱਸ ਰਹੇ ਹਾਂ। ਗੁਰੂ ਪਿਤਾ ਇਹੋ ਸਮਝ ਬਖਸ਼ਦੇ ਸੀ ਕਿ ਇਹ ਤੇਰੇ ਅੰਦਰ ਦੀ ਖੇਡ ਹੈ, ਤੇਰੀ ਖੇਡ ਹੈ, ਕਿਸੇ ਦੂਜੇ ਦੀ ਨਹੀਂ ਹੈ। ਕੋਈ ਦੂਜੇ ਦੇ ਨਾਲ ਇਹ ਕੋਈ ਲੈਣ ਦੇਣ ਨਹੀਂ ਹੈ, ਤੇਰੀ ਆਪਣੀ ਖੇਡ ਹੈ ਤੇ ਤੇਰੇ ਨਾਲ ਚੱਲਣੀ ਹੈ। ਜਦੋਂ ਤੂੰ ਅੰਦਰ ਵੇਖੇਂਗਾ, ਆਪਣੇ ਅੰਦਰ ਝਾਤੀ ਮਾਰੇਂਗਾ ਤੇ ਤੇਰਾ ਵੀ ਇਹੀ ਹੀ ਹਾਲ ਹੈ। ਤੇ ਗੁਰੂ ਪਿਤਾ ਤੋਂ ਜਦੋਂ ਪੁੱਛਣ ਦੀ ਕੋਸ਼ਿਸ਼ ਕਰੀਦੀ ਸੀ, ਗੁਰੂ ਪਿਤਾ ਜੀ ਸਮਝਾਓ ਸਤਿਗੁਰੂ ਜੀਓ, ਤੇ ਗੁਰੂ ਪਿਤਾ ਵੀ ਇਹੋ ਹੀ ਸਮਝਾ ਰਹੇ ਸੀ ਕਿ ਵਾਹਿਨ ਚੇਲੇ ਨੱਚਣ ਗੁਰ, ਕਿ ਜਿਹੜੇ ਚੇਲੇ ਨੇ ਗੁਰੂ ਪਿਤਾ, ਉਹ ਮੇਰੇ ਚੇਲੇ ਕੌਣ ਨੇ? ਸੋ ਗੁਰੂ ਪਿਤਾ ਇਹੋ ਸਮਝ ਬਖਸ਼ਦੇ ਸੀ ਕਿ ਤੇਰੀਆਂ ਇੰਦਰੀਆਂ ਜਿਹੜੀਆਂ ਹੈ ਕਿ ਉਹ ਵੇਖ ਕਿ ਤੇਰੇ ਅਧੀਨ ਹੈ। ਚੇਲਾ ਕੀ ਕਰਦਾ ਹੈ? ਚੇਲਾ ਆਪਣੇ ਗੁਰੂ ਦੇ ਅਧੀਨ ਚੱਲਦਾ ਹੈ। ਚੇਲਾ ਆਪਣੇ ਗੁਰੂ ਦੇ, ਜੋ ਗੁਰੂ ਉਸ ਨੂੰ ਕਵੇ ਉਹ ਕਮਾਉਣ ਦੀ ਕੋਸ਼ਿਸ਼ ਕਰਦਾ ਹੈ, ਉਸ ਤਰ੍ਹਾਂ ਚੱਲਦਾ ਹੈ। ਤੇ ਤੇਰੀਆਂ ਇੰਦਰੀਆਂ ਵੀ ਤੇਰਾ ਚੇਲਿਤ, ਕਿ ਤੇਰੀਆਂ ਇੰਦਰੀਆਂ ਤੇਰੇ ਵੱਸ ਵਿੱਚ ਹਨ, ਕਿ ਤੈਨੂੰ ਉਹ ਚਲਾ ਰਹੀਆਂ ਹਨ ਕਿ ਜਾਂ ਉਹ ਤੇਰੀ ਆਤਮਾ ਗੁਰੂ ਨੂੰ ਚਲਾ ਰਹੀਆਂ ਨੇ। ਜੋ ਆਤਮਾ ਕਹਿੰਦੀ ਹੈ, ਜੋ ਆਤਮਾ ਨੂੰ
ਅਨੁਭਵ ਹੁੰਦਾ ਹੈ ਉਸ ਤਰ੍ਹਾਂ ਚੱਲਦੀਆਂ ਹਨ ਕਿ ਜਾਂ ਜੋ ਇੰਦਰੀਆਂ ਕਰਨਾ ਚਾਹੁੰਦੀਆਂ ਹਨ ਅਤੇ ਆਤਮਾ ਨੂੰ ਉੱਧਰ ਨੂੰ ਖੜ ਰਹੀਆਂ ਨੇ। ਸੋ ਗੁਰੂ ਪਿਤਾ ਦੇ ਜਦੋਂ ਉਹ ਚੀਜ਼ ਨੂੰ ਵੱਲ ਵੇਖੀਦਾ ਹੈ ਅਤੇ ਫਿਰ ਸਮਝ ਇਸ ਤਰ੍ਹਾਂ ਆਉਂਦੀ ਸੀ ਕਿ ਨਹੀਂ ਗੁਰੂ ਪਿਤਾ ਕਿ ਇਹ ਚੇਲੇ ਜਿਹੜੇ ਹਨ ਇਹੋ ਹੀ ਇੱਕ ਇੰਦਰੀਆਂ ਹੀ ਸਾਡੀਆਂ ਚੇਲੇ ਹਨ। ਸੋ ਸਾਡੀ ਆਤਮਾ ਰੂਪ ਜਿਹੜੇ ਹੈ ਉਹ ਜਿਵੇਂ ਜਿਵੇਂ ਉਹ ਇੰਦਰੀਆਂ ਜਿਹੜੀ ਵਾਸ਼ਨਾ ਵਿੱਚ ਭਟਕਦੀ ਹੈ ਅਤੇ ਉੱਦਾਂ ਹੀ ਆਤਮਾ ਨੂੰ ਉੱਧਰ ਨੂੰ ਸਰੀਰ ਨੂੰ ਉੱਧਰ ਨੂੰ ਜਾਣਾ ਪੈਂਦਾ ਹੈ। ਸੋ ਕੀ ਹੁਣ ਵਾਸ਼ਨਾ ਜਿੱਧਰ ਨੂੰ ਖੜਦੀ ਹੈ ਕਿ ਮੈਂ ਜਦੋਂ ਆਪਣੇ ਵੱਲ ਵੇਖਦਾ ਹੈ ਕਿ ਵਾਕਿਆ ਜਿੱਧਰ ਵਾਸ਼ਨਾ ਜਾਂਦੀ ਹੈ ਅਤੇ ਮੈਨੂੰ ਵੀ ਉੱਧਰ ਨੂੰ ਖੜਦੀ ਹੈ ਵੀ ਮੈਨੂੰ ਵੀ ਤਾਂ ਉਹ ਉਸੇ ਹੀ ਰਸਤੇ 'ਤੇ ਤੋਰਨ ਰਹੀ ਹੈ ਜਿੱਧਰ ਨੂੰ ਕਿ ਉਹ ਵਾਸ਼ਨਾ ਜਾਂਦੀ ਹੈ ਅਤੇ ਮੇਰਾ ਵੀ ਸਰੀਰ ਉਸ ਤਰ੍ਹਾਂ ਦਾ ਹੀ ਹੋ ਜਾਂਦਾ। ਅਤੇ ਉਹ ਜੋ ਉਹ ਕਰਦੀ ਹੈ ਜਿਸ ਤਰ੍ਹਾਂ ਉਹ ਪੈਰ ਹਿਲਾਉਂਦੀ ਆ ਉੱਦਾਂ ਹੀ ਮੈਂ ਸਿਰ ਫੇਰਦਾ ਹਾਂ। ਸੋ ਮੇਰੇ ਹਾਲ ਵੀ ਕੁਝ ਗੁਰੂ ਪਿਤਾ ਜੀ ਉਹ ਇੱਦਾਂ ਦੇ ਹੀ ਦੇਖਣ ਡਏ ਹਨ ਜੋ ਆਪ ਜੀ ਉਹ ਬਾਹਰ ਦੀ ਉਦਾਹਰਨ ਦੇ ਕੇ ਕੁਝ ਅੰਦਰ ਨੂੰ ਸਮਝਾ ਰਹੇ ਹਨ। ਸੋ ਬਹੁਤ ਡੂੰਘਾ ਸ਼ਬਦ ਹੈ, ਸਮਝ ਨਹੀਂ ਆ ਰਹੀ ਕਿ ਕਿੱਦਾਂ ਉਸ ਚੀਜ਼ ਨੂੰ ਬਿਆਨ ਕੀਤਾ ਜਾਵੇ। ਜਿੱਦਾਂ ਸਮਝ ਆਉਂਦੀ ਹੈ ਉੱਦਾਂ ਬਿਆਨ ਕਰਨਾ ਬਹੁਤ ਔਖਾ ਜਿਹਾ ਲੱਗ ਰਿਹਾ ਹੈ। ਸੋ ਜਦੋਂ ਹੁਣ ਪੈਰ ਹਿਲਾਉਣ ਫੇਰਨ ਸਿਰ ਕਿ ਵਾਕਿਆ ਜਿੱਧਰ ਨੂੰ ਵਾਸ਼ਨਾ ਤੇਰੀ ਤੁਰਦੀ ਹੈ ਤੂੰ ਵੀ ਉੱਧਰ ਨੂੰ ਹੀ ਤੁਰ ਪੈਣਾ। ਹਾਲੇ ਤੁਰਨਾ ਇਸ ਤਰ੍ਹਾਂ ਚਾਹੀਦਾ ਸੀ ਕਿ ਜਿੱਧਰ ਨੂੰ ਤੂੰ ਚਾਹਵੇਂ ਸੋ ਆਪਣੇ ਮਨ ਨੂੰ ਆਪਣੀ ਇੰਦਰੀਆਂ ਨੂੰ ਕੰਟਰੋਲ ਵਿੱਚ ਰੱਖ ਕੇ ਉਸ ਨੂੰ ਗੁਰੂ ਦੇ ਮੁਤਾਬਕ 'ਤੇ ਚਲਾਇਆ ਜਾਵੇ, ਗੁਰੂ ਦੇ ਉਪਦੇਸ਼ ਦਾ ਸਦਕਾ, ਗੁਰੂ ਦੀ ਰਹਿਮਤ ਦੇ ਸਦਕੇ ਚਲਾਇਆ ਜਾਵੇ। ਜੋ ਗੁਰੂ ਪਿਤਾ ਬਖਸ਼ਦੇ ਨੇ ਉਸ ਤਰ੍ਹਾਂ ਚਲਾਇਆ ਜਾਵੇ। ਪਰ ਜਦੋਂ ਨਹੀਂ ਉਸ ਤਰ੍ਹਾਂ ਚੱਲਦੇ ਫਿਰ ਗੁਰੂ ਪਿਤਾ ਕਹਿੰਦੇ ਨੇ ਉੱਡ ਉੱਡ ਰਾਵੇ ਝਾਟੇ ਪਾਏ। ਫਿਰ ਹੁੰਦਾ ਕੀ ਹੈ ਕਿ ਜਿਸ ਤਰ੍ਹਾਂ ਉਹ ਵਾਸ਼ਨਾ ਚਲਾਉਂਦੀ ਹੈ ਅਤੇ ਉਸ ਤਰ੍ਹਾਂ ਫਿਰ ਜਦੋਂ ਚੱਲਦੇ ਹਾਂ ਅਤੇ ਫਿਰ ਜੇ ਕਾਮ ਵਾਸ਼ਨਾ ਆ ਗਈ ਤਾਂ ਕਾਮ ਵਾਸ਼ਨਾ 'ਚ ਰੁੜ ਗਏ, ਜੇ ਕ੍ਰੋਧ ਆ ਗਿਆ ਤਾਂ ਕ੍ਰੋਧ 'ਚ ਰੁੜ ਗਏ, ਲੋਭ ਆ ਗਿਆ ਲੋਭ 'ਚ ਰੁੜ ਗਏ ਗੁਰੂ ਪਿਤਾ। ਅਤੇ ਉਹ ਕੁਝ ਸਾਡੇ ਸਿਰ 'ਚ ਪੈ ਰਹੀ ਆ ਕਿ ਜਿਸ ਤਰ੍ਹਾਂ ਉਹ ਚਲਾ ਰਹੇ ਨੇ। ਫਿਰ ਬੜੇ ਗੁਰਮੁਖ ਪਿਆਰੇ ਜਨ ਆਉਂਦੇ ਨੇ, ਸਮਝਾਉਂਦੇ ਨੇ ਕਿ ਨਹੀਂ ਇਹ ਵਾਸ਼ਨਾ ਜਿਹੜੀ ਆ ਇਹਦੇ ਤੋਂ ਮੁਕਤ ਹੀ ਉਤੋਂ ਪਾਰ ਗਿਆ ਹੀ ਕੁਝ ਮਿਲਣਾ ਹੈ। ਹੁਣ ਸੋਝੀ ਤੇ ਸਭ ਹੈ ਪਰ ਫਿਰ ਵੀ ਮਨ ਇੰਨਾ ਕਮਜ਼ੋਰ ਹੈ ਕਿ ਉਹਨਾਂ ਵਾਸ਼ਨਾ ਵਿੱਚ ਰੁੜ ਜਾਂਦਾ। ਇਹ ਗੁਰੂ ਪਿਤਾ ਜੀਓ ਦਇਆ ਕਰੋ, ਸਤਿਗੁਰੂ ਰਹਿਮਤ ਕਰੋ, ਬਖਸ਼ਿਸ਼ ਕਰੋ ਸਤਿਗੁਰੂ, ਇਹਨਾਂ ਵਾਸ਼ਨਾ ਤੋਂ ਪਾਰ ਜਾ ਸਕੀਏ ਸਤਿਗੁਰੂ ਜੀਓ। ਸੋ ਫਿਰ ਗੁਰੂ ਪਿਤਾ ਸਮਝਾਉਂਦੇ ਨੇ ਵੇਖੈ ਲੋਕ ਹੱਸੇ ਕਰ ਜਾਏ। ਫਿਰ ਇੱਥੇ ਇੱਦਾਂ ਸਮਝ ਆਉਂਦੀ ਸੀ ਕਿ ਜਿਵੇਂ ਜਿਹੜੇ ਗੁਰਮੁਖ ਪਿਆਰੇ ਨੇ, ਜਿਹੜੇ ਸੋਝੀ ਬਖਸ਼ਦੇ ਨੇ, ਸੋ ਉਹ ਬਹੁਤ ਕੋਸ਼ਿਸ਼ ਕਰਦੇ ਨੇ, ਬਹੁਤ ਉੱਦਮ ਕਰਦੇ ਨੇ ਸਾਡੇ ਵਾਸਤੇ ਕਿ ਇਹ ਕਿਸੇ ਬੰਨੇ ਲੱਗ ਸਕਣ। ਪਰ ਅਸੀਂ ਜਦੋਂ ਨਹੀਂ ਲੱਗ ਰਹੇ ਅਤੇ ਉਹ ਇਹ ਨਹੀਂ ਕਿ ਉਹ ਫਿਰ ਜਾਂ ਉਹਨਾਂ ਨੂੰ ਖਿਝ ਚੜ੍ਹਦੀ ਹੈ ਜਾਂ ਕੁਛ ਵੀ, ਉਹਨਾਂ ਨੂੰ ਤਰਸ ਆਉਂਦਾ ਸਾਡੇ 'ਤੇ ਅਤੇ ਉਹ ਫਿਰ ਵੇਖੇ ਲੋਕ ਹੱਸੇ ਕਰ ਜਾਏ। ਜਦੋਂ ਉਹ ਸਾਡੇ ਵੱਲ ਵੇਖ ਕੇ ਉਹ ਸਾਡੇ 'ਤੇ ਤਰਸ ਕਰਦੇ ਨੇ ਅਤੇ ਉਹ ਫਿਰ ਵੇਖਦੇ ਨੇ ਕਿ ਇਹ ਜੀਵ ਆਤਮਾ ਜਿਹੜੀ ਹੈ ਫਿਰ ਇਹ ਵਾਸ਼ਨਾ 'ਚ ਡਿੱਗ ਪਈ ਅਤੇ ਉਹ ਵੇਖ ਕੇ ਹੱਸਦੇ ਨੇ ਵੀ ਕਰ ਕੀ ਰਹੇ ਨੇ ਇਹ ਜੀ। ਇਹ ਕਿਸ ਤਰ੍ਹਾਂ ਵੀ ਸਮਝ ਆਉਂਦੀ ਆ। ਬਾਕੀ ਜਿਸ ਤਰ੍ਹਾਂ ਗੁਰੂ ਪਿਤਾ ਕਹਿੰਦੇ ਨੇ ਕਿ ਰੋਟੀਆਂ ਕਾਰਨ ਪੂਰੇ ਤਾਲ, ਪਰ ਇਹ ਸਭ ਕੁਝ ਕਿਉਂ ਹੋ ਰਿਹਾ ਕਿ ਰੋਟੀਆਂ ਕਾਰਨ ਪੂਰੇ ਤਾਲ, ਕਿ ਇੱਕ ਉਹ ਇਹ ਸਰੀਰ ਨੂੰ ਸਭ ਕੁਝ ਮੰਨ ਲਿਆ, ਇੱਕ ਸਰੀਰ ਨੂੰ ਸਭ ਕੁਝ ਸਮਝ ਲਿਆ, ਕੁਝ ਕੁ ਪਰਿਵਾਰ ਨੂੰ ਆਪਣਾ ਪਰਿਵਾਰ ਸਮਝ ਲਿਆ, ਕੁਝ ਕੁ ਧਨ ਦੌਲਤ ਜਾਇਦਾਦ ਨੂੰ ਆਪਣਾ ਸਮਝ ਲਿਆ। ਬਸ ਉਹਨਾਂ ਦੇ ਕਰਕੇ ਹੀ ਸਭ ਕੁਝ ਇਹ ਖੇਡ ਵਾਪਰ ਰਹੀ ਹੈ। ਕਿਉਂਕਿ ਉਹਨਾਂ ਸਾਰਿਆਂ ਦੇ ਵਿੱਚੋਂ, ਉਹਨਾਂ ਹਰ ਇੱਕ ਦੇ ਵਿੱਚੋਂ ਜਦੋਂ ਗੁਰੂ ਪਿਤਾ ਨੂੰ ਨਹੀਂ ਵੇਖਿਆ, ਗੁਰੂ ਪਿਤਾ ਦੀ ਸੇਵਾ ਨਹੀਂ ਵੇਖੀ ਕਿ ਸੇਵਾ ਕਰਨ ਆਇਆ ਅਤੇ ਸੇਵਾ ਕਰਕੇ ਜਾਣਾ, ਅਤੇ ਫਿਰ ਰੋਟੀਆਂ ਕਾਰਨ ਪੂਰੇ ਤਾਲ ਵਾਲੀ ਗੱਲ ਹੋ ਰਹੀ ਹੈ। ਫਿਰ ਗੁਰੂ ਪਿਤਾ ਸਮਝਾਉਂਦੇ ਨੇ ਆਪ ਪਛਾੜੇ ਧਰਤੀ ਨਾਲ, ਫਿਰ ਆਪ ਪਛਾੜੇ ਧਰਤੀ ਨਾਲ, ਪਛਾੜੇ ਕਿ ਉਹ ਫਿਰ ਆਪ ਪਛਾੜੇ ਧਰਤੀ ਨਾਲ। ਸੋ ਇੱਥੇ ਜਿਵੇਂ ਕਿ ਫਿਰ ਬਾਹਲੀ ਕੋਈ ਡੂੰਘੀ ਸਮਝ ਨਹੀਂ ਸੀ ਆ ਰਹੀ ਸੀ। ਸੋ ਇੱਥੇ ਪਛਾੜਦੇ ਹਨ ਜਿਸ ਤਰ੍ਹਾਂ ਕਿ ਮਰਦੇ ਹਨ ਵੀ ਧਰਤੀ 'ਤੇ ਇਹ ਖੱਪ ਖੱਪ ਕੇ ਮਰ ਕੇ
ਕਿ ਜਿਵੇਂ ਕਿ ਚਲੇ ਜਾਂਦੇ ਹਨ, ਕਿਉਂਕਿ ਉਹ ਵਾਸ਼ਨਾ ਵਿੱਚ ਗ੍ਰਸਤ ਹੋ ਕੇ ਸੋ ਉਹਨਾਂ ਦੇ ਵਿੱਚ ਪਿੱਛੇ ਲੱਗ ਕੇ ਸੋ ਜੀਵਨ ਆਪਣਾ ਬਰਬਾਦ ਕਰਕੇ ਜਦੋਂ ਚਲੇ ਜਾਂਦੇ ਨੇ। ਫਿਰ ਗੁਰੂ ਪਿਤਾ ਸਮਝਾਉਂਦੇ ਨੇ, ਗਾਵਨ ਗੋਪੀਆਂ ਗਾਵਨ ਕਾਨ, ਵੀ ਜਿਹੜੀਆਂ ਗੋਪੀਆਂ ਤੇ ਕਾਨ ਦਾ ਸਵਾਗ ਬਣਾ ਕੇ ਜਿਹੜੇ ਗਾਉਂਦੇ ਨੇ, ਗਾਵਨ ਸੀਤਾ ਰਾਜੇ ਰਾਮ। ਸੋ ਜਦੋਂ ਵੇਖੀਦਾ ਹੈ ਤੇ ਵਾਕਿਆ ਹੀ ਕੁਝ ਇਸ ਤਰ੍ਹਾਂ ਹੀ ਮਹਿਸੂਸ ਹੁੰਦਾ ਹੈ ਕਿ ਹੋਣ ਡਿਆ ਹੁੰਦਾ ਹੈ। ਅਸੀਂ ਬਣਦੇ ਹਾਂ ਗੁਰਸਿੱਖ, ਬਣਦੇ ਹਾਂ, ਲੱਗਦੇ ਗੁਰਸਿੱਖ ਹਾਂ, ਅਸੀਂ ਕੰਮ ਕਰ ਰਹੇ ਹਾਂ ਵੀ ਉਹ ਵੀ ਗੋਪੀਆਂ ਵਾਲੇ, ਕਾਨ ਵਾਲੇ, ਸੀਤਾ ਰਾਮ ਰਾਜੇ ਵਰਗੇ ਬਣ ਤੇ ਬਹਿੰਦੇ ਹਾਂ। ਪਰ ਗੁਰੂ ਪਿਤਾ ਕਹਿੰਦੇ ਨੇ ਕਿ ਨਹੀਂ, ਜੇ ਅੰਦਰ ਸੱਚ ਨਹੀਂ ਨਾ ਹੈਗਾ ਤੇ ਇਹ ਭੇਖ ਹੈ। ਇਹ ਜਿੰਨਾ ਵੀ ਭੇਖ ਹੀ ਬਣਾ ਕੇ ਤੇ ਇਹ ਭੇਖ ਦੇ ਵਿੱਚ ਹੀ ਤੂੰ ਰਹਿ ਜਾਣਾ। ਪਰ ਜਿਹੜੀਆਂ ਜੋ ਅਸਲੀਅਤ ਸੀ ਉਹ ਤੇਰੇ ਕੋਲ ਨਹੀਂ ਹੈਗੀ। ਪਰ ਉਹਨਾਂ ਦਾ ਭੇਖ ਤੇ ਜ਼ਰੂਰ ਬਣਾਇਆ ਵਾ, ਪਰ ਉਹ ਜਿਸ ਤਰ੍ਹਾਂ ਉਹ ਵਾਸ਼ਨਾ ਚਲਾਉਂਦੀ ਉਸ ਤਰ੍ਹਾਂ ਚੱਲ ਰਿਹਾ ਵਾ, ਉਸ ਤਰ੍ਹਾਂ ਹੀ ਗਾਉਂਦਾ ਫਿਰਦਾ, ਉਸ ਤਰ੍ਹਾਂ ਹੀ ਸਵਾਂਗ ਬਣਾ ਕੇ ਰਚਿਆ ਫਿਰਦਾ ਆ। ਪਰ ਜੇ ਤੂੰ ਸੱਚ ਨੂੰ ਜਾਣੇਗਾ ਤੇ ਨਿਰਭਉ ਨਿਰੰਕਾਰ ਸੱਚ ਨਾਮ, ਕਿ ਉਹ ਜਿਹੜਾ ਨਿਰਭਉ ਆ, ਉਹ ਜਿਹੜਾ ਨਿਰੰਕਾਰ ਆ, ਉਹ ਸੱਚ ਨਾਮ ਆ, ਉਹਨੂੰ ਤੂੰ ਜਾਣ ਨਹੀਂ ਸਕਦਾ। ਫਿਰ ਉਹ ਤੂੰ ਜਿਹੜੀ ਉਹ ਸੱਚ ਵਾ, ਉਸ ਤੋਂ ਤੂੰ ਬਹੁਤ ਵਾਂਝਾ ਰਹਿ ਸਕਦਾ। ਫਿਰ ਉਹ ਕਿੱਦਾਂ ਨਿਰਭਉ ਆ, ਉਹ ਕਿੱਦਾਂ ਨਿਰੰਕਾਰ ਆ, ਉਹ ਸੱਚ ਨਾਮ ਕਿੱਦਾਂ ਆ, ਉਹ ਚੀਜ਼ ਨੂੰ ਤੂੰ ਜਾਣ ਪਾ ਸਕਦਾ। ਜਾਂ ਕਾ ਕੀਆ ਸਗਲ ਜਹਾਨ, ਵੀ ਜਿਹਨੇ ਸਗਲ ਜਹਾਨ ਨੂੰ ਪੈਦਾ ਕੀਤਾ, ਬਣਾਇਆ, ਜਿਹਨੇ ਸਭ ਕੁਝ ਕੀਤਾ, ਉਹ ਹੁਣ ਨਿਰੰਕਾਰ ਨਿਰਭਉ ਨਿਰੰਕਾਰ ਸੱਚ ਨਾਮ ਹੈ ਕਿ ਗੁਰੂ ਪਿਤਾ। ਜਾਂ ਕਾ ਕੀਆ ਸਗਲ ਜਹਾਨ, ਉਹ ਕਿੱਦਾਂ ਪਤਾ ਲੱਗੂ ਗੁਰੂ ਪਿਤਾ। ਫਿਰ ਗੁਰੂ ਪਿਤਾ ਇਹੋ ਸਮਝਾਉਂਦੇ ਨੇ ਕਿ ਸੇਵਕ ਬਣਨਾ ਪੈਣਾ। ਸੇਵਕ ਸੇਵੈ ਕਰਮ ਚੜਾਓ, ਕਿ ਉਹ ਸੇਵਕ ਬਣ ਕੇ, ਉਹ ਸੇਵਾ ਕਮਾ ਕੇ, ਉਹ ਜਦੋਂ ਉਹਦੀ ਕਮਾਈ ਕਰਕੇ ਤੇ ਉਹ ਕਮਾਈ ਦਾ ਸਦਕਾ, ਉਹ ਕਮਾਈ ਦੀ ਬਖਸ਼ਿਸ਼ ਦਾ ਸਦਕਾ, ਤੇ ਜਦੋਂ ਉਹ ਕਰਮ ਉਹੋ ਜਿਹੇ ਕਰਾਂਗੇ ਜਿਹੋ ਜਿਹੇ, ਤੇ ਫਿਰ ਗੁਰੂ ਪਿਤਾ ਜਿਹੋ ਜਿਹੇ ਗੁਰੂ ਪਿਤਾ ਜੀ ਉਹ ਨਿਰਭਉ ਜਦੋਂ ਹੋਵਾਂਗੇ, ਜਦੋਂ ਨਿਰੰਕਾਰ ਹੋਵਾਂਗੇ, ਤੇ ਫਿਰ ਉਹ ਅਸਲੀ ਸੇਵਕ ਬਣਾਂਗੇ। ਉਹ ਅਸਲੀ ਸੇਵਾ ਫਿਰ ਹੋਊਗੀ, ਫਿਰ ਉਹ ਕਰਮ ਜਿਹੜੇ ਨੇ ਫਿਰ ਉਹ ਪ੍ਰਾਪਤ ਹੋਣਗੇ। ਸੋ ਕਰਮ ਚੜਾਓ, ਤੇ ਫਿਰ ਗੁਰੂ ਪਿਤਾ ਉਹ ਕਿੱਦਾਂ ਕਰਮ ਮਿਲਣਗੇ, ਉਹ ਕਿੱਦਾਂ ਉਹ ਕਰਮਾਂ ਤੇ ਉੱਤੇ ਚੱਲ ਸਕਦੇ ਆ, ਕਿੱਦਾਂ ਉਹ ਕਰਮ ਕਮਾ ਸਕਦੇ ਆ। ਸੋ ਗੁਰੂ ਪਿਤਾ ਇਹੋ ਸੋਝੀ ਬਖਸ਼ਦੇ, ਭਿੰਨੀ ਰਹਿਣ ਜਿੰਨਾ ਮਨ ਚਾਹੋ, ਕਿ ਉਹਨਾਂ ਨੂੰ ਉਹ ਕਰਮ ਪ੍ਰਾਪਤ ਹੋਣੇ ਆ ਨਾ, ਜਿਹੜੇ ਉਹ ਆਪਣੇ ਜੀਵਨ ਰੂਪੀ ਜਿਹੜੀ ਰਾਤ ਆ ਉਹ 'ਚ ਉਹਦੇ ਨਾਲ ਜੁੜੇ ਰਹਿਣਗੇ, ਉਹ 'ਚ ਉਹਦੇ ਨਾਲ ਉਹ ਹਰ ਸਵਾਸ ਬੰਦਗੀ ਕਰਨਗੇ, ਹਰ ਸਵਾਸ ਉਹਨੂੰ ਮਾਣਨਗੇ, ਹਰ ਇੱਕ ਦੇ ਵਿੱਚੋਂ, ਹਰ ਪਲ ਦੇ ਵਿੱਚੋਂ ਉਹ ਗੋਪੀਆਂ ਕਾਨ ਨੂੰ ਵੇਖਣਗੇ, ਉਹ ਚੰਦ ਸੂਰਜ ਅਵਤਾਰ ਕਿੱਤਰ ਜਦੋਂ ਵੇਖਣਗੇ, ਜਦੋਂ ਉਹ ਆਪਣੇ ਗਹਿਣਿਆਂ ਨੂੰ ਵੇਖਣਗੇ ਵੀ ਮੇਰੇ ਗਹਿਣੇ ਗੁਰੂ ਪਿਤਾ ਨੇ ਕੀ ਬਣਾ ਕੇ ਪਾਏ ਨੇ, ਜਦੋਂ ਉਹ ਇੱਕ ਮਨ ਦੇ ਵਿੱਚ ਉਸ ਤਰ੍ਹਾਂ ਜੀਵਨ ਜੀਵਾਂਗੇ, ਤੇ ਗੁਰੂ ਪਿਤਾ ਕਹਿੰਦੇ ਸੀ ਕਿ ਭਿੰਨੀ ਰਹਿਣ ਜਿੰਨਾ ਮਨ ਚਾਹੋ, ਜਿਨ੍ਹਾਂ ਦੇ ਮਨ ਚਾਹੋ ਆ ਉਹ ਚਾਹੋ ਪ੍ਰਗਟ ਹੋ ਗਿਆ, ਉਹ ਰਹਿਮਤ ਕਰ ਦਿੱਤੀ ਗੁਰੂ ਪਿਤਾ ਨੇ, ਉਹ ਬਖਸ਼ਿਸ਼ ਕਰ ਦਿੱਤੀ ਗੁਰੂ ਪਿਤਾ ਨੇ, ਹਰ ਸਵਾਸ, ਹਰ ਪਲ, ਹਰ ਸਮਾਂ ਉਸ ਨੂੰ ਮੰਨਣ ਦੀ ਸੋਝੀ ਬਖਸ਼ ਦਿੱਤੀ। ਤੇ ਗੁਰੂ ਪਿਤਾ ਕਹਿੰਦੇ ਨੇ ਉਹ ਸਿੱਖੀ ਸਿੱਖਿਆ ਗੁਰ ਵਿਚਾਰ, ਕਿ ਜਿਹੜੀ ਉਹ ਗੁਰੂ ਪਿਤਾ ਦੀ ਸਿੱਖਿਆ ਤੇ ਲੈ ਕੇ, ਉਹ ਸਿੱਖਿਆ ਤੇ ਗੁਰ ਵਿਚਾਰ, ਤੇ ਰਾਰੇ ਨੂੰ ਸਿਹਾਰੀ ਜਦੋਂ ਲੱਗੀ ਹੈ ਤੇ ਉਹ ਵਿਚਾਰ ਦੇ ਥਰੂ, ਜਦੋਂ ਉਹਦੇ ਥਰੂ ਚੱਲਾਂਗੇ, ਉਹ ਉਸ ਤਰ੍ਹਾਂ ਉਸ ਨੂੰ ਮਾਣਾਂਗੇ, ਉਸ ਤਰ੍ਹਾਂ ਚੱਲਾਂਗੇ, ਤੇ ਗੁਰੂ ਪਿਤਾ ਫਿਰ ਕਹਿੰਦੇ ਨਦਰੀ ਕਰਮ ਲੰਘਾਏ ਪਾਰ। ਫਿਰ ਉਹ ਮਿਹਰ ਦੀ ਨਜ਼ਰ ਕਰਕੇ, ਉਹ ਕਿਰਪਾ ਕਰਕੇ, ਉਹ ਕਰਮ ਜਿਹੜੇ ਨੇ, ਉਹ ਜਦੋਂ ਕਰਮ ਚੰਗੇ ਕਰਾਂਗੇ ਤੇ ਉਹ ਪਾਰ ਲੰਘਾ ਸਕਦੇ ਆ, ਉਹ ਕਰਮਾਂ ਦੇ ਥਰੂ ਅਸੀਂ ਪਾਰ ਲੰਘ ਸਕਦੇ ਹਾਂ। ਤੋ ਇੱਥੇ ਰਾਰੇ ਨੂੰ ਵੀ ਸਿਹਾਰੀ ਹੈ, ਜਿਸ ਤਰ੍ਹਾਂ ਕਿ ਮੰਮੇ ਨੂੰ ਵੀ ਸਿਹਾਰੀ ਹੈ, ਕਿ ਉਹ ਨਦਰੀ ਕਰਮ, ਉਹ ਕਰਮਾਂ ਦੇ ਥਰੂ ਲੰਘਾਏ ਪਾਰ, ਉਹ ਪਾਰ ਤਾਂ ਹੀ ਜਾ ਸਕਦੇ ਆ ਉਹ ਵੀ ਜੇ ਉਹ ਕਰਮ ਚੰਗੇ ਹੋਣਗੇ, ਤੇ ਉਹ ਗੁਰੂ ਦੀ ਸਿੱਖਿਆ ਤੇ ਤੁਰੇ ਹੋਵਾਂਗੇ। ਤੇ ਗੁਰੂ ਪਿਤਾ ਜੀ ਦੀ ਸਿੱਖਿਆ ਜਿਵੇਂ ਨਿੰਦਿਆ ਨਹੀਂ ਕਰਨੀ, ਚੁਗਲੀ ਨਹੀਂ ਕਰਨੀ, ਕਿਸੇ ਦੇ ਲਈ ਮਾੜਾ ਨਹੀਂ ਸੋਚਣਾ, ਹਰ ਇੱਕ ਦਾ ਭਲਾ ਕਰਨਾ,
ਸੋ ਇਹ ਜਿੰਨੀਆਂ ਵੀ ਗੁਰੂ ਪਿਤਾ ਦੀਆਂ ਸਿੱਖਿਆਵਾਂ ਨੇ ਉਹਦੇ ਉੱਤੇ ਚੱਲ ਕੇ ਆਪਣੇ ਚੰਗੇ ਕਰਮ ਕਰਾਂਗੇ ਤੇ ਗੁਰੂ ਪਿਤਾ ਕਹਿੰਦੇ ਨੇ ਕਿ ਉਹ ਪਾਰ ਲੰਘ ਸਕਦੇ ਨੇ। ਤੇ ਜੇ ਗੁਰੂ ਪਿਤਾ ਜੀਓ ਜੇ ਇਹ ਕਰਮ ਨਹੀਂ ਅਸੀਂ ਕਰ ਰਹੇ ਤੇ ਫਿਰ ਗੁਰੂ ਪਿਤਾ ਕਹਿੰਦੇ ਨੇ ਕਿ ਫਿਰ ਇਸ ਤਰ੍ਹਾਂ ਦਾ ਜੀਵਨ ਹੈ ਕਿ ਫਿਰ ਕੋਲੂ ਚਰਖਾ ਚੱਕੀ ਚੱਕ, ਵੀ ਬਾਣੀ ਵੀ ਪੜ੍ਹ ਰਹੇ ਹਾਂ, ਸੋ ਬਾਣਾ ਵੀ ਪਾ ਰਹੇ ਹਾਂ, ਦਮਾਲੇ ਵੀ ਸਜਾ ਰਹੇ ਹਾਂ, ਅੰਮ੍ਰਿਤ ਦੀ ਦਾਤ ਵੀ ਲਈ ਆ, ਸਭ ਕੁਝ ਕੀਤਾ ਆ, ਪਰ ਫਿਰ ਜੀਵਨ ਗੁਰੂ ਪਿਤਾ ਕਹਿੰਦੇ ਇਸ ਤਰ੍ਹਾਂ ਹੀ ਰੁਕਿਆ ਰਹੂਗਾ ਜੇ ਉਹਨਾਂ ਦੇ ਉੱਤੇ ਚੱਲੇ ਨਾ। ਤੇ ਫਿਰ ਕੀ ਹੋਊਗਾ? ਕੋਲੂ ਚਰਖਾ ਚੱਕੀ ਚੱਕ, ਜਿਵੇਂ ਕਿ ਕੋਲੂ ਤੇ ਚਰਖਾ ਚੱਕੀ ਕਿੰਨੇ ਉਹ ਗੇੜੇ ਕੱਢਦੇ ਨੇ, ਪਰ ਉੱਥੇ ਹੀ ਖਲੋਤੇ ਗੇੜੇ ਕੱਢੀ ਜਾਂਦੇ ਨੇ। ਫਿਰ ਉਹਦੀ ਉਦਾਹਰਨ ਦੇ ਕੇ ਗੁਰੂ ਪਿਤਾ ਸਮਝਾਉਂਦੇ ਨੇ ਕਿ ਇਸ ਤਰ੍ਹਾਂ ਹੀ ਜਿਹੜੀਆਂ ਵਾਸ਼ਨਾਵਾਂ ਨੇ ਉਹ ਸਾਨੂੰ ਬਾਰ-ਬਾਰ ਉੱਥੇ ਹੀ ਗੇੜੇ ਕਢਾਈ ਜਾ ਰਹੀਆਂ। ਝੂਠ ਬੋਲ, ਨਿੰਦਿਆ ਕਰ, ਈਰਖਾ ਕਰ, ਦੁਐਸ਼ ਕਰ। ਗੁਰੂ ਪਿਤਾ ਇਹ ਬਾਹਰੋਂ ਦੀਆਂ ਚੀਜ਼ਾਂ ਤੋਂ ਉਦਾਹਰਨ ਦੇ ਕੇ ਕੁਝ ਮਨ ਦੇ ਅੰਦਰ ਦੀ ਗੱਲ ਕਰ ਰਹੇ ਨੇ। ਫਿਰ ਕਹਿੰਦੇ ਥਲ ਬਰੋਲੇ ਬਹੁਤ ਅਨੰਤ, ਕਿ ਉਹ ਕਿਸ ਤਰ੍ਹਾਂ ਥਲਾਂ ਦੇ ਵਾਲ ਬਰੋਲੇ ਆਉਂਦੇ ਨੇ, ਬਹੁਤ ਤਰ੍ਹਾਂ ਦੇ ਲਾਟੂ ਮਧਾਣੀਆਂ ਅਣਗਾਹ। ਉਹ ਲਾਟੂ ਜਦੋਂ ਉਹ ਘੁਮਾਉਣ ਵਾਲੇ ਹੁੰਦੇ ਨੇ, ਮਧਾਣੀਆਂ ਕਿੰਨਾ ਚਿਰ ਉਹ ਘੁੰਮਦੀਆਂ ਨੇ। ਅਣਗਾਹ ਜਿਵੇਂ ਕਿ ਆਪਾਂ ਇੰਡੀਆ ਤੋਂ, ਜਿਸ ਤਰ੍ਹਾਂ ਆਪਾਂ ਪੰਜਾਬ ਤੋਂ ਆਏ ਹਾਂ ਅਤੇ ਆਪਾਂ ਨੂੰ ਪਤਾ ਹੈ ਜਿਹੜਾ ਤੋਰੀਆ ਗਾਈਦਾ ਸੀ, ਫਲੇ ਵਾਹੀਦੇ ਸੀਗੇ। ਸੋ ਜਿਸ ਤਰ੍ਹਾਂ ਵੇਲ ਨਾਲ ਜੋ ਕਿ ਉੱਥੇ ਸਾਰੀ ਦਿਹਾੜੀ ਉੱਤੇ ਘੁੰਮੀ ਜਾਣਾ। ਸੋ ਉਹ ਪੰਛੀ ਭੌਂਦੀਆਂ ਲੈਣ ਨਾ ਸਾਹ। ਸੋ ਕਿੰਨੇ ਤਰ੍ਹਾਂ ਦੇ ਪੰਛੀ ਜੀਵਨ ਹਨ ਜਿਹੜੇ ਫਰ ਮਾਰਦੇ ਰਹਿੰਦੇ ਨੇ, ਕਿੰਨਾ ਚਿਰ ਘੁੰਮਦੇ ਨੇ, ਲੈਣ ਨਸ਼ਾ, ਸਾਹ ਵੀ ਨਹੀਂ ਲੈਂਦੇ। ਸੂਏ ਚਾੜ ਭੁਆਈਏ ਜੰਤ, ਕਿੰਨੇ ਤਰ੍ਹਾਂ ਦੇ ਉਹ ਜੀਵ ਜੰਤ ਜਿਹੜੇ ਸੂਏ ਚਾੜ ਭੁਆਈਏ, ਕਿ ਜਿਸ ਤਰ੍ਹਾਂ ਕਿ ਭੁੰਨ ਖਾਂਦੇ ਨੇ, ਉਹਨਾਂ ਉੱਤੇ ਚੜ੍ਹਾ ਕੇ ਤੇ ਉੱਥੇ ਗੇੜ ਦੇਈ ਜਾਂਦੇ ਨੇ। ਸੋ ਇਸ ਤਰ੍ਹਾਂ ਹੀ ਗੁਰੂ ਪਿਤਾ ਕਹਿੰਦੇ ਨੇ ਕਿ ਇਹ ਵਾਸ਼ਨਾਵਾਂ ਜਿਹੜੀਆਂ ਨੇ ਇਸੇ ਤਰ੍ਹਾਂ ਸਾਨੂੰ ਘੁਮਾ ਰਹੀਆਂ ਨੇ। ਇਹ ਹਾਲ ਸਾਡਾ ਵਾਸ਼ਨਾ ਨੇ ਸਾਡੇ ਅੰਦਰ ਵੇਖ, ਇੱਦਾਂ ਵਾਸ਼ਨਾਵਾਂ ਨੇ ਇਹ ਹਾਲ ਕੀਤਾ ਪਿਆ ਵਾ। ਤੇ ਨਾਨਕ ਭੌਂਦਿਆਂ ਗਣਤ ਨਾ ਅੰਤ। ਤੇ ਗੁਰੂ ਪਿਤਾ ਕਹਿੰਦੇ ਨੇ ਕਿ ਭੌਂਦਿਆਂ ਗਣਤ ਅੰਤ, ਕੋਈ ਅੰਤ ਹੀ ਨਹੀਂ ਹੈਗਾ। ਫਿਰ ਬੰਧਨ ਬੰਦ ਭੁਆਏ ਸੋਏ, ਇਹ ਬੰਧਨ ਤਾਂ ਪਏ ਨੇ, ਇਹ ਤਾਂ ਭੌਣਾ ਪੈ ਰਿਹਾ ਆ ਕਿਉਂਕਿ ਵਾਸ਼ਨਾਵਾਂ 'ਚ ਆ। ਪਿਆ ਕਿਰਤ ਨੱਚੇ ਸਭ ਕੋਏ। ਸੋ ਪਿਆ ਕਿਰਤ ਵੀ ਇਹ ਕੀਤੇ ਹੋਏ ਕਰਮਾਂ ਦੇ ਅਨੁਸਾਰ ਨੱਚੇ ਸਭ ਕੋਏ। ਜਿਹੋ ਜਿਹੇ ਕਰਮ ਕਰ ਰਹੇ ਹਾਂ ਉਹੋ ਜਿਹਾ ਨੱਚ ਰਹੇ ਹਾਂ, ਜਿਹੋ ਜਿਹੀ ਵਾਸ਼ਨਾ ਦੇ ਮਨ 'ਚ ਲਿਆ ਰਹੇ ਹਾਂ, ਜਿਹੋ ਜਿਹੀ ਵਾਸ਼ਨਾ ਪਿੱਛੇ ਲੱਗ ਰਹੇ ਹਾਂ, ਉਹੋ ਜਿਹਾ ਜੀਵ ਭਟਕਦਾ ਫਿਰਦਿਆ ਵਾ। ਸੋਚ ਕੇ ਇੱਕ ਕਰਮ ਹੁੰਦਾ ਕਿ ਜਿਹੜਾ ਕਰ ਲੈਣਾ, ਇੱਕ ਸੋਚ ਕੇ ਇਹੋ ਜਿਹੇ ਕਰਮ ਕਰੀ ਜਾਣੇ, ਸੋਚੀ ਇਹੋ ਜਿਹਾ ਜਾਣਾ ਕਿ ਉਹ ਸੋਚਾਂ ਦੇ ਪਿੱਛੇ ਹੁਣ ਕੱਖ ਨਹੀਂ ਡਿਆ, ਖੜੇ ਵੀ ਉੱਥੇ ਹੀ ਆ, ਪਰ ਜਿਸ ਤਰ੍ਹਾਂ ਉਹ ਲਾਟੂ ਮਧਾਣੀਆਂ ਵਾਂਗੂ ਖੜੇ ਉੱਥੇ ਹੀ ਆ। ਸਭ ਕੁਝ ਉਹ ਇੱਕ ਸੋਚ ਥਰੂ ਹੀ ਇੰਨਾ ਕੁਝ ਗਲਤ ਸੋਚੀ ਜਾ ਰਹੇ ਆ। ਕਿਸੇ ਦੇ ਬਾਰੇ ਗਲਤ ਸੋਚਣਾ, ਕਿਸੇ ਬਾਰੇ ਗਲਤ ਵਿਚਾਰ ਲਿਆਉਣੇ, ਨਿੰਦਿਆ ਕਰਨੀਆਂ, ਕਿਸੇ ਰੂਪ ਬਾਰੇ ਸੋਚਣਾ, ਕਿਸੇ ਕਾਮ ਬਾਰੇ, ਕ੍ਰੋਧ ਬਾਰੇ ਸੋਚਣਾ, ਲੋਭ ਬਾਰੇ ਸੋਚੀ ਜਾਣਾ, ਇਸ ਤਰ੍ਹਾਂ ਹੋ ਜੇ। ਸੋ ਗੁਰੂ ਪਿਤਾ ਕਹਿੰਦੇ ਨੇ ਪਿਆ ਕਿਰਤ ਨੱਚੇ ਸਭ। ਉਹਦੇ ਉੱਤਰ ਖਲੋਤੇ ਹੀ ਨੱਚੀ ਜਾ ਰਹੇ ਨੇ। ਮਨ ਸਰੀਰ ਖਲੋਤਾ ਵੀ ਆ ਭਾਵੇਂ, ਪਰ ਅੰਦਰ ਨੱਚੀ ਜਾ ਰਿਹਾ, ਅੰਦਰ ਭੱਜਾ ਫਿਰਨ ਡਿਆ, ਕਦੀ ਕਿਤੇ ਖਿਆਲਾਂ ਦੇ ਵਿੱਚ। ਨੱਚ ਹੱਸੇ ਚੱਲੇ ਸੇ ਰੋਏ। ਫਿਰ ਕਹਿੰਦੇ ਨੱਚ ਜਿੰਨਾ ਵੀ ਆ, ਪਰ ਸਾਨੂੰ ਲੱਗਦਾ ਕਿ ਅਸੀਂ ਬੜਾ ਵਧੀਆ ਕੁਝ ਕੀ ਖਰਿਆ ਕਰ ਰਹੇ ਹਾਂ, ਪਰ ਗੁਰੂ ਪਿਤਾ ਕਹਿੰਦੇ ਨੇ ਨਹੀਂ, ਨੱਚ ਹੱਸੇ ਚੱਲੇ ਸੇ ਰੋਏ। ਪਰ ਜਦੋਂ ਜਾਂਦੇ ਨੇ ਉਦੋਂ ਰੋਣਾ ਪੈਂਦਾ। ਫਿਰ ਉਦੋਂ ਜਦੋਂ ਗੁਰੂ ਪਿਤਾ ਉਹ ਕੀਤਿਆਂ ਕਰਮਾਂ ਦੀ ਸਜ਼ਾ ਬਖਸ਼ਦੇ ਨੇ ਤੇ ਫਿਰ ਰੋਣਾ ਪੈਂਦਾ ਆ। ਪਹਿਲੋਂ ਤੇ ਉਦੋਂ ਤੇ ਨੱਚ ਕੇ ਹੱਸਦੇ ਨੇ, ਪਰ ਜਦੋਂ ਉੱਥੇ ਅੱਗੇ ਗੁਰੂ ਪਿਤਾ ਕੋਲ ਜਾਂਦੇ ਨੇ ਤੇ ਗੁਰੂ ਪਿਤਾ ਸਮਝਾਉਂਦੇ ਨੇ ਕਿ ਨਹੀਂ, ਚੱਲੇ ਸਭ ਰੋਏ। ਫਿਰ ਅਖੀਰ ਨੂੰ ਰੋਣਾ ਹੀ ਪੈਂਦਾ ਉਹਨਾਂ ਨੂੰ ਵੀ ਨਹੀਂ, ਇਹ ਸਾਰੀ ਉਮਰ ਕੀ ਕਰ ਲਿਆ, ਇਹ ਕੁਛ ਕੀ ਕਰ ਲਿਆ। ਫਿਰ ਉੱਡ ਨਾ ਜਾਹੀ ਸਿੱਧ ਨਾ ਹੋਏ। ਫਿਰ ਉਹ ਉੱਚੀ ਅਵਸਥਾ ਨੂੰ ਤੇ ਕਿਸੇ ਨੂੰ ਪ੍ਰਾਪਤ ਨਹੀਂ ਹੋਏ। ਕੋਈ ਉਹ ਗੁਰੂ ਪਿਤਾ ਦੀ ਉਹ ਸਮਾਧੀ ਦਾ ਰੰਗ ਨਹੀਂ ਮਾਣਿਆ, ਕੋਈ ਉਹ ਸਾਧੂਆਂ ਵਾਲਾ ਜੀਵਨ ਨਹੀਂ ਜੀਆ, ਕੋਈ ਗੁਰੂ ਪਿਤਾ ਦੇ ਰੰਗ ਦਾ ਜੀਵਨ ਨਹੀਂ ਜੀਆ, ਕੋਈ ਸਿੱਧਾਂ ਵਾਂਗੂ ਸਿੱਧ ਨਾ ਹੋਈ ਵੀ ਕੋਈ ਉਹ ਉੱਥੋਂ ਤੱਕ ਕੋਈ ਉੱਪੜ ਨਹੀਂ ਸਕਿਆ, ਬਣ ਨਹੀਂ ਸਕਿਆ। ਤੇ ਨੱਚਣ ਕੁੱਦਣ ਮਨ ਕਾ ਚਾਓ। ਤੇ ਜਿੰਨਾ ਵੀ ਕੁਝ ਕਰਦੇ ਗੁਰੂ ਪਿਤਾ ਕਹਿੰਦੇ ਤੇ ਮਨ ਦਾ ਚਾਓ ਸੀ, ਇਹ ਤੇ ਇੱਕ ਮਨ ਦਾ ਚਾਓ ਸੀ।
ਤੇ ਜਿਨ੍ਹਾਂ ਨੇ ਮਨ ਦੇ ਚਾਉ ਪਿੱਛੇ ਲੱਗ ਕੇ ਸਾਰੀ ਜ਼ਿੰਦਗੀ ਗਵਾ ਲਈ। ਅਸੀਂ ਵੈਸੇ ਕਹਿ ਦਿੰਦੇ ਹਾਂ ਕਿ ਨੱਚਣ ਕੁੱਦਣ ਮਨ ਕਾ ਚਾਉ, ਕਿ ਇਹ ਹੱਸਣਾ ਕੁੱਦਣਾ ਚਾਹੀਦਾ। ਗੁਰੂ ਪਿਤਾ ਵੀ ਕਹਿੰਦੇ ਕਿ ਇਹ ਤੇ ਮਨ ਦਾ ਚਾਅ ਆ, ਪਰ ਗੁਰੂ ਪਿਤਾ ਕਹਿੰਦੇ ਨੇ ਕਿ ਨਹੀਂ, ਤੂੰ ਸਾਰਾ ਜੀਵਨ ਇਹ 'ਚ ਗਵਾ ਲਿਆ ਨੱਚਣ ਕੁੱਦਣ ਮਨ ਕੇ ਚਾਉ ਦੇ ਵਿੱਚ ਹੀ। ਇਹ ਤੇ ਮਨ ਦਾ ਚਾਉ ਸੀ, ਇਹ ਤੇ ਆਤਮਾ ਦੀ ਕੋਈ ਅਵਸਥਾ ਨਹੀਂ ਸੀ ਹੈਗੀ। ਇਹ ਤੇ ਉੱਡ ਨਾ ਜਾਈ ਤੇ ਕੋਈ ਨਹੀਂ ਸੀ, ਸਿੱਧ ਨਾ ਹੋਈ ਕੁਝ ਨਹੀਂ ਸੀ ਤੇਰੇ ਕੋਲ, ਪਰ ਤੇਰੇ ਕੋਲ ਇੱਕ ਮਨ ਦੀ ਅਵਸਥਾ ਹੀ ਨਹੀਂ ਸੀ। ਤੇ ਤੂੰ ਨੱਚਣ ਕੁੱਦਣ ਮਨ ਕਾ ਚਾਉ, ਨਾਨਕ ਜਿਨ ਮਨ ਭਾਓ ਤਿੰਨਾ ਮਨ ਭਾਓ। ਗੁਰੂ ਪਿਤਾ ਸਮਝਾਉਂਦੇ ਨੇ ਕਿ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ, ਕੇਵਲ ਭਾਵ ਉਹਦੇ ਪ੍ਰੇਮ ਸੀ, ਉਹਦੀ ਯਾਦ ਦੇ ਵਿੱਚ ਸੀ, ਉਹਨਾਂ ਦੇ ਮਨ 'ਚ ਹੀ ਡਰ ਹੈ, ਉਹੀ ਗੁਰੂ ਪਿਤਾ ਦੇ ਅਧੀਨ ਚੱਲਦੇ ਨੇ, ਉਹੀ ਗੁਰੂ ਪਿਤਾ ਦੇ ਨਾਲ ਚੱਲਦੇ ਨੇ, ਉਹੀ ਗੁਰੂ ਪਿਤਾ ਦੀ ਬਖਸ਼ਿਸ਼ ਉਹਨੂੰ ਹੀ ਪ੍ਰਾਪਤ ਹੁੰਦੀ ਆ। ਤੇ ਜਿੰਨਾ ਵੀ ਨੱਚਣ ਕੁੱਦਣ ਮਨ ਕਾ ਚਾਉ ਆ, ਉਹਦੇ ਪ੍ਰੇਮ ਵਿੱਚ, ਉਹਦੇ ਭਾਵ ਵਿੱਚ ਚੱਲਣਾ, ਉਹਦੇ ਨਾਲ ਰਹਿਣਾ, ਹਰ ਸਮੇਂ ਹਰ ਸਵਾਸ ਬੰਦਗੀ ਕਰਕੇ ਉਹ ਗੁਰੂ ਪਿਤਾ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਗੁਰੂ ਪਿਤਾ ਇਹੋ ਸਮਝਾਉਂਦੇ ਨੇ ਕਿ ਉਹ ਤੇਰਾ ਜੀਵਨ ਸੀ ਅਸਲ ਦੇ ਵਿੱਚ, ਜਿਹੜਾ ਤੂੰ ਕਰਨ ਆਇਆ ਸੀ, ਜਿਹੜਾ ਤੈਨੂੰ ਕਰਨਾ ਚਾਹੀਦਾ ਸੀ। ਪਰ ਗੁਰੂ ਪਿਤਾ ਜੀਓ, ਅਰਦਾਸ ਹੈ, ਬੇਨਤੀ ਹੈ ਸਤਿਗੁਰੂ, ਆਪ ਜੀ ਦੇ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ। ਸਤਿਗੁਰੂ ਆਪ ਬਖਸ਼ ਲੈਣਾ। ਸਰਬੱਤ ਸੰਗਤ ਨੇ ਚਰਨਾਂ ਵਿੱਚ ਅਰਦਾਸ ਹੱਥ ਜੋੜ ਕੇ ਬੇਨਤੀ, ਸਤਿਗੁਰੂ ਜੀਓ ਸਰਬੱਤ ਸੰਗਤ ਦੀ ਅਸੀਸ ਬਖਸ਼ਣੀ। ਸਤਿਗੁਰੂ ਸਰਬੱਤ ਸੰਗਤ ਜੀਓ ਅਰਦਾਸ ਕਰਨੀ, ਗੁਰੂ ਪਿਤਾ ਉਹ ਅਵਸਥਾ ਤੱਕ ਪਹੁੰਚਾ ਦੇਣ ਜਿਸ ਤੱਕ ਗੁਰੂ ਪਿਤਾ ਗੱਲ ਕਰ ਰਹੇ ਨੇ। ਅਸੀਂ ਵੀ ਉਸ ਤੱਕ ਜਾ ਕੇ ਗੁਰੂ ਪਿਤਾ ਜੀਓ ਉਹ ਰੰਗ ਮਾਣ ਸਕੀਏ। ਸੋ ਬੇਅੰਤ ਭੁੱਲਾਂ ਨੂੰ ਨਾ ਚਿਤਾਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।